ਪਿਆਰੇ ਵਿਦਿਆਰਥੀਓ, ਅੱਜ ਆਪਾਂ ਚਰਚਾ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਪੁਸਤਕ ਵਿੱਚ ਦਰਜ ਕਾਰ ਵਿਹਾਰ ਦੇ ਪੱਤਰਾਂ ਬਾਰੇ, ਜੋ ਕਿ ਤੁਹਾਡੇ ਪ੍ਰਸ਼ਨ ਪੱਤਰ ਵਿੱਚ 5 ਅੰਕਾਂ ਦਾ ਪੁੱਛਿਆ ਜਾਵੇਗਾ। ਕਾਰ ਵਿਹਾਰ ਦੇ ਪੱਤਰ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਚਰਚਾ ਕਰਦੇ ਹਾਂ ਵਿਭਿੰਨ ਕਿਸਮਾਂ ਦੇ ਪੱਤਰਾਂ ਬਾਰੇ। ਇੱਕ ਕਿਸਮ ਹੁੰਦਾ ਹੈ ਬਿਨੈ ਪੱਤਰ। ਇੱਕ ਕਿਸਮ ਕੀ ਹੈ? ਬਿਨੈ ਪੱਤਰ। ਤੁਹਾਡੇ ਵਿੱਚੋਂ ਤਕਰੀਬਨ ਸਕੂਲ ਦੇ ਵਿੱਚ ਪੜ੍ਹਦੇ ਹਰ ਵਿਦਿਆਰਥੀ ਨੇ ਜਿਹੜਾ ਇਹ ਪੱਤਰ ਆ ਉਹ ਲਿਖਿਆ ਹੁੰਦਾ ਹੈ। ਜਦੋਂ ਤੁਸੀਂ ਸਕੂਲ ਦੇ ਵਿੱਚ ਘਰ ਦੇ ਕਿਸੇ ਜ਼ਰੂਰੀ ਕੰਮ ਦੇ ਲਈ ਜਾਂ ਤੁਸੀਂ ਬਿਮਾਰ ਹੋ ਤਾਂ ਤੁਸੀਂ ਆਪਣੇ ਪ੍ਰਿੰਸੀਪਲ ਨੂੰ ਜੋ ਛੁੱਟੀ ਭੇਜਦੇ ਹੋ ਤਾਂ ਉਹਨੂੰ ਆਪਾਂ ਬਿਨੈ ਪੱਤਰ ਕਹਿੰਦੇ ਹਾਂ। ਬਿਨੈ ਪੱਤਰ ਵਿੱਚ ਕਿਸੇ ਅਧਿਕਾਰ ਰੱਖਣ ਵਾਲੇ ਵਿਅਕਤੀ ਕੋਲ ਜਿਹੜੀ ਉਹ ਬੇਨਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇੱਕ ਹੁੰਦੇ ਨੇ ਨਿੱਜੀ ਪੱਤਰ। ਕਿਹੜੇ ਪੱਤਰ ਬੇਟਾ? ਨਿੱਜੀ ਪੱਤਰ। ਨਿੱਜੀ ਪੱਤਰ ਜੋ ਆਪਾਂ ਕਹਿੰਦੇ ਹਾਂ ਕਿ ਇਹ ਕਿਸ ਪਰਿਵਾਰ ਦੇ ਮੈਂਬਰ ਨੂੰ, ਨੇੜਲੇ ਸੰਬੰਧੀ, ਕਿਸੇ ਦੋਸਤ ਮਿੱਤਰ, ਇਹਨਾਂ ਨੂੰ ਲਿਖੇ ਜਾਂਦੇ ਨੇ। ਨਿੱਜੀ ਪੱਤਰਾਂ ਵਿੱਚ ਆਪਣੇ ਨਿੱਜੀ ਅਨੁਭਵ, ਦੁੱਖ ਸੁੱਖ ਅਤੇ ਹੋਰ ਭਾਵ ਬਿਨਾਂ ਬਹੁਤੇ ਸੰਕੋਚ ਤੋਂ ਬਿਆਨ ਕੀਤੇ ਜਾਂਦੇ ਹਨ ਅਤੇ ਨਿੱਜੀ ਪੱਤਰਾਂ ਦੇ ਵਿੱਚ ਆਕਾਰ ਦੀ ਵੀ ਕੋਈ ਜਿਹੜੀ ਸੀਮਾ ਉਹ ਨਹੀਂ ਹੁੰਦੀ ਅਤੇ ਇਹਨਾਂ ਦਾ ਜਿਹੜਾ ਰਿਕਾਰਡ ਰੱਖਣਾ ਵੀ ਕੋਈ ਬਹੁਤਾ ਜਿਹੜਾ ਜ਼ਰੂਰੀ ਆ ਉਹ ਨਹੀਂ ਹੁੰਦਾ। ਤੀਸਰੀ ਕਿਸਮ ਦੇ ਪੱਤਰ ਜੋ ਸਾਡੇ ਸਿਲੇਬਸ ਦੇ ਵਿੱਚ ਨੇ ਉਹ ਹੈਗੇ ਨੇ ਕਾਰ ਵਿਹਾਰ ਦੇ ਪੱਤਰ। ਕਾਰ ਵਿਹਾਰ ਦੇ ਪੱਤਰ। ਕਾਰ ਵਿਹਾਰ ਦੇ ਪੱਤਰ ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ ਕਿ ਜੋ ਅਸੀਂ ਆਪਣੇ ਜਿਹੜੇ ਕੰਮ ਧੰਦੇ ਦੇ ਦੌਰਾਨ ਪੱਤਰ ਲਿਖਦੇ ਹਾਂ। ਕਾਰ ਵਿਹਾਰ ਦੇ ਪੱਤਰਾਂ ਦੀ ਜਿਹੜੀ ਭਾਸ਼ਾ ਉਹ ਸਪਸ਼ਟ, ਸਿੱਧੀ ਅਤੇ ਮੋਹ ਮਮਤਾ ਦੇ ਭਾਵਾਂ ਤੋਂ ਮੁਕਤ ਹੁੰਦੀ ਹੈ, ਕਿਉਂਕਿ ਇਹ ਇੱਕ ਕਾਰੋਬਾਰੀ ਵੱਲੋਂ ਦੂਜੀ ਕਾਰੋਬਾਰੀ ਧਿਰ ਨੂੰ ਜਿਹੜੇ ਕਾਰੋਬਾਰ ਦੇ ਸੰਬੰਧ ਦੇ ਵਿੱਚ ਜਿਹੜੇ ਲਿਖੇ ਜਾਂਦੇ ਹਨ ਅਤੇ ਇਹਨਾਂ ਦੇ ਵਿੱਚ ਕਿਸੇ ਵੀ ਗੱਲ ਨੂੰ ਵਧਾ ਚੜ੍ਹਾ ਕੇ ਜਿਹੜਾ ਨਹੀਂ ਦੱਸਿਆ ਹੁੰਦਾ, ਸਗੋਂ ਜੋ ਵੀ ਵਪਾਰ ਸੰਬੰਧੀ ਗੱਲ ਹੁੰਦੀ ਹੈ ਉਹ ਜਿਹੜੀ ਬਹੁਤ ਹੀ ਜਿਹੜੀ ਸਿੱਧੀ ਸਰਲ ਭਾਸ਼ਾ ਦੇ ਵਿੱਚ ਅਤੇ ਬੜੇ ਸੰਖੇਪ ਦੇ ਨਾਲ ਜਿਹੜੀ ਉਹ ਗੱਲਬਾਤ ਕੀਤੀ ਜਾਂਦੀ ਹੈ। ਪੱਤਰਾਂ ਦੀਆਂ ਵਿਭਿੰਨ ਕਿਸਮਾਂ ਬਾਰੇ ਸੰਖੇਪ ਚਰਚਾ ਕਰਨ ਤੋਂ ਬਾਅਦ ਹੁਣ ਅਸੀਂ ਕਾਰ ਵਿਹਾਰ ਦੇ ਪੱਤਰ ਲਿਖਣ ਦੇ ਲਈ ਜਿਹੜੇ ਜ਼ਰੂਰੀ ਨੁਕਤੇ ਹੈ ਉਹਨਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾ ਨੁਕਤਾ ਹੈ ਪੰਨੇ ਦੇ ਸੱਜੇ ਪਾਸੇ ਕੋਨੇ ਵਿੱਚ ਚਿੱਠੀ ਲਿਖਣ ਵਾਲੇ ਦਾ ਪਤਾ ਲਿਖਣਾ, ਭਾਵ ਇੱਧਰਲੇ ਹੱਥ, ਪੇਜ ਦੇ ਇੱਧਰਲੇ ਹੱਥ ਜਿਹੜਾ ਚਿੱਠੀ ਲਿਖਣ ਵਾਲੇ ਦਾ ਪਤਾ ਲਿਖਣਾ। ਅਸੀਂ ਇੱਥੇ ਇਹ ਮੰਨ ਕੇ ਚੱਲਦੇ ਹਾਂ ਕਿ ਪੱਤਰ ਲਿਖਣ ਵਾਲੇ ਅਸੀਂ ਆਪ ਹਾਂ ਅਤੇ ਇੱਥੇ ਅਸੀਂ ਆਪਣਾ ਜਿਹੜਾ ਪਤਾ ਉਹ ਲਿਖਣਾ ਹੈ। ਆਪਣਾ ਪਤਾ ਲਿਖਣ ਵੇਲੇ ਅਸੀਂ ਇਸ ਗੱਲ ਦਾ ਜਿਹੜਾ ਖਿਆਲ ਰੱਖਣਾ ਹੈ ਕਿ ਜੇਕਰ ਸਾਨੂੰ ਦਿੱਤੇ ਹੋਏ ਪੱਤਰ ਦੇ ਵਿੱਚ ਆਪਣਾ ਪਤਾ ਦੱਸਿਆ ਹੋਇਆ ਹੈ ਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਤਾਂ ਅਸੀਂ ਉਹਦੇ ਅਨੁਸਾਰ ਪਤਾ ਲਿਖਣਾ ਹੈ। ਜੇ ਨਹੀਂ ਲਿਖਿਆ ਹੋਇਆ ਪੱਤਰ ਦੇ ਵਿੱਚ, ਪੱਤਰ ਦੇ ਸਿਰਲੇਖ ਦੇ ਵਿੱਚ ਸਾਨੂੰ ਨਹੀਂ ਦੱਸਿਆ ਹੋਇਆ ਤਾਂ ਅਸੀਂ ਆਪਣਾ ਕੋਈ ਵੀ ਜਿਹੜਾ ਪਤਾ ਉਹ ਲਿਖ ਸਕਦੇ ਹਾਂ। ਮੰਨ ਲਓ ਸਾਨੂੰ ਪੱਤਰ ਦੇ ਵਿੱਚ ਕੋਈ ਵੀ ਜਿਹੜਾ ਸਾਡਾ ਪਤਾ ਉਹ ਨਹੀਂ ਦੱਸਿਆ ਤਾਂ ਅਸੀਂ ਕਿਵੇਂ ਲਿਖਣਾ? ਜਿਵੇਂ ਆਪਾਂ ਲਿਖੀਏ ਪਿੰਡ ਤੇ ਡਾਕ। ਪਿੰਡ ਤੇ ਡਾਕ। ਇੱਥੇ ਤੁਸੀਂ ਆਪਣੇ ਕੋਈ ਵੀ ਪਿੰਡ ਦਾ ਨਾਮ ਲਿਖਣਾ ਅਤੇ ਅੱਗੋਂ ਕੌਮਾ। ਜ਼ਿਲ੍ਹਾ ਵੀ ਤੁਸੀਂ ਲਿਖਣਾ ਅਤੇ ਉਸ ਤੋਂ ਬਾਅਦ ਜਿੱਥੇ ਆਪਣਾ ਪਤਾ ਖਤਮ ਹੁੰਦਾ ਉੱਥੇ ਆਪਾਂ ਪੂਰਨ ਵਿਸ਼ਰਾਮ ਇਹ ਜਿਹੜੇ ਡੰਡੇ ਦਾ ਚਿੰਨ੍ਹ ਉਹ ਲਾਉਣਾ। ਉਸ ਤੋਂ ਅੱਗੇ ਤੁਸੀਂ ਲਿਖਣਾ ਹਵਾਲਾ ਨੰਬਰ। ਹਵਾਲਾ ਨੰਬਰ ਤੁਸੀਂ ਆਪਣੀ ਸੁਵਿਧਾ ਦੇ ਅਨੁਸਾਰ ਕੋਈ ਵੀ ਲਗਾ ਸਕਦੇ ਹੋ। ਕਿਤਾਬ ਦੇ ਵਿੱਚੋਂ ਤੁਹਾਨੂੰ ਇਹ ਯਾਦ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਅਸਲ ਵਿੱਚ ਹਵਾਲਾ ਨੰਬਰ ਇੱਕ ਵਪਾਰਕ ਧਿਰ ਵੱਲੋਂ ਆਪਣੀ ਸੁਵਿਧਾ ਦੇ ਲਈ ਲਾਇਆ ਜਾਂਦਾ ਹੈ। ਮੰਨ ਲਓ ਕਿ ਸਾਡੀ ਕੋਈ ਦੁਕਾਨ ਹੈ, ਸਾਡਾ ਇੱਕ ਫਰਮ ਜਾਂ 2 ਫਰਮਾਂ ਜਾਂ 2 ਤੋਂ ਵੱਧ ਫਰਮਾਂ ਦੇ ਨਾਲ ਜਿਹੜਾ ਵਪਾਰਕ ਲੈਣ ਦੇਣ ਹੈ ਤਾਂ ਅਸੀਂ ਇੱਕ ਜਿਹੜਾ ਆਪਣਾ ਇੱਕ ਰਜਿਸਟਰ ਲਗਾਇਆ ਹੋਇਆ ਹੈ ਤਾਂ ਉਹਦੇ 'ਚ ਅਸੀਂ ਕੀ ਕਰਦੇ ਹਾਂ ਕਿ ਮਿਤੀ ਲਿਖ ਕੇ ਉਹਦਾ ਇੱਕ ਪੱਤਰ, ਜਿਸ ਤਰੀਕੇ ਨਾਲ ਅਸੀਂ ਪੱਤਰ ਲਿਖਿਆ ਉਹ ਮਿਤੀ ਪਾ ਕੇ ਉਸ ਪੱਤਰ ਨੂੰ ਕੋਈ ਨੰਬਰ ਦੇ ਕੇ
ਤੇ ਉਹਦੇ ਸਾਹਮਣੇ ਲਿਖ ਲੈਂਦੇ ਹਾਂ ਕਿ ਅਸੀਂ ਇਹ ਫਾਰਮ ਨੂੰ ਇਸ ਦਿਨ ਪੱਤਰ ਲਿਖਿਆ ਤੇ ਇਸ ਕੰਮ ਦੇ ਬਾਰੇ ਜਿਹੜਾ ਇਹ ਪੱਤਰ ਆ ਉਹ ਲਿਖਿਆ ਸੀ। ਇਹਦੇ ਨਾਲ ਕੀ ਹੈ, ਸਾਡੇ ਕੋਲ ਇੱਕ ਰਿਕਾਰਡ ਬਣਦਾ ਰਹਿੰਦਾ ਹੈ। ਭਵਿੱਖ ਵਿੱਚ ਜੇ ਸਾਨੂੰ ਕਦੇ ਜ਼ਰੂਰਤ ਪਵੇ ਕਿ ਅਸੀਂ ਜੀ ਇਸ ਫਰਮ ਨੂੰ ਇਹ ਆਰਡਰ ਦਿੱਤਾ ਸੀ, ਤਾਂ ਸਾਡੇ ਕੋਲ ਇੱਕ ਰਜਿਸਟਰ ਦੇ ਵਿੱਚ ਰਿਕਾਰਡ ਆ ਜਿਹੜਾ ਉਹ ਬਣਿਆ ਰਹਿੰਦਾ। ਇਸ ਲਈ ਅਸੀਂ ਜਿਹੜਾ ਹਵਾਲਾ ਨੰਬਰ ਉਹ ਲਾਉਣੇ ਆ। ਅਤੇ ਉਸ ਤੋਂ ਅੱਗੇ ਤੁਸੀਂ ਜਿਹੜਾ ਹੇਠਾਂ ਮਿਤੀ ਜਿਹੜੀ ਉਹ ਤੁਸੀਂ ਲਿਖਣੀ ਹੈ। ਜਿਸ ਦਿਨ ਤੁਸੀਂ ਪੱਤਰ ਲਿਖ ਰਹੇ ਹੋ ਉਹ ਤੁਸੀਂ ਮਿਤੀ ਲਿਖਣੀ ਹੈ। ਅਤੇ ਉਸ ਤੋਂ ਬਾਅਦ ਦੂਜਾ ਨੁਕਤਾ, ਜਿੱਥੇ ਪੱਤਰ ਲਿਖਣ ਵਾਲੇ ਦਾ, ਚਿੱਠੀ ਲਿਖਣ ਵਾਲੇ ਦਾ ਜਿਹੜਾ ਪਤਾ ਖਤਮ ਹੁੰਦਾ ਹੈ, ਉਸ ਤੋਂ ਹੇਠਲੀ ਲਾਈਨ ਦੇ ਵਿੱਚ ਜਿਸ ਨੂੰ ਚਿੱਠੀ ਲਿਖੀ ਜਾ ਰਹੀ ਹੈ ਉਸ ਅਧਿਕਾਰੀ ਦਾ ਅਹੁਦਾ ਅਤੇ ਪਤਾ ਲਿਖਣਾ ਹੈ। ਇੱਥੇ ਅਸੀਂ ਚਿੱਠੀ ਲਿਖਣ ਵਾਲੇ ਦਾ ਪਤਾ ਲਿਖਿਆ ਅਤੇ ਇੱਧਰ ਜਿਸ ਨੂੰ ਚਿੱਠੀ ਲਿਖਣੀ ਹੈ ਉਹਦਾ ਜਿਹੜਾ ਪਤਾ ਉਹ ਲਿਖਣਾ ਹੈ। ਅਤੇ ਇਹਦੇ ਵਿੱਚ ਅਸੀਂ ਅਹੁਦਾ ਲਿਖਣਾ ਅਤੇ ਪਤਾ। ਪਤੇ ਦੇ ਵਿੱਚ ਦੋ ਗੱਲਾਂ ਆਉਣਗੀਆਂ, ਇੱਕ ਅਧਿਕਾਰੀ ਕਿਸ ਸੰਸਥਾ ਦੇ ਵਿੱਚ ਕੰਮ ਕਰ ਰਿਹਾ, ਸੰਸਥਾ ਦਾ ਨਾਮ, ਅਤੇ ਦੂਜਾ ਸਥਾਨ ਕਿ ਸੰਸਥਾ ਕਿੱਥੇ ਸਥਿਤ ਹੈ, ਇਹ ਅਸੀਂ ਲਿਖਣਾ ਹੈ। ਜੋ ਹੋਰ ਸੌਖੇ ਢੰਗ ਨਾਲ ਸਮਝਣ ਦੇ ਲਈ ਆਪਾਂ ਇੱਥੇ ਜ਼ਿਕਰ ਕਰਦੇ ਹਾਂ ਕਿ ਤੁਸੀਂ ਹਰ ਵਿਦਿਆਰਥੀ ਨੇ ਸਕੂਲ ਦੇ ਵਿੱਚ ਜਿਹੜਾ ਤੁਸੀਂ ਇੱਕ ਜਿਹੜੀ ਅਰਜ਼ੀ ਹੈ ਉਹ ਕਦੇ ਨਾ ਕਦੇ ਜ਼ਰੂਰ ਤੁਸੀਂ ਪ੍ਰਿੰਸੀਪਲ ਸਾਹਿਬ ਨੂੰ ਲਿਖੀ ਹੋਏਗੀ। ਅਤੇ ਉਹ ਤੁਸੀਂ ਕਿਵੇਂ ਲਿਖਦੇ ਹੋ? ਛੁੱਟੀ ਲੈਣ ਲਈ ਮੰਨ ਲਓ ਬੱਚੇ ਅਕਸਰ ਲਿਖਦੇ ਆ, ਉਹ ਆਪਾਂ ਲਿਖਦੇ ਹਾਂ ਪ੍ਰਿੰਸੀਪਲ ਸਾਹਿਬ। ਉਸ ਤੋਂ ਬਾਅਦ ਸਕੂਲ ਦਾ ਨਾਮ ਲਿਖਦੇ ਹੋ, ਜਿੱਦਾਂ ਆਪਾਂ ਲਿਖੀਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਠੀਕ ਹੈ। ਉਸ ਤੋਂ ਅੱਗੇ ਕਿੱਥੇ ਉਹ ਸਕੂਲ ਸਥਿਤ ਹੈ, ਮੰਨ ਲਓ ਆਪਾਂ ਲਿਖੀਏ ਪੁੱਛੋ, ਕੁਛ ਵੀ ਤੁਸੀਂ ਜਿਹੜਾ ਲਿਖ ਸਕਦੇ ਹੋ, ਠੀਕ ਹੈ। ਹੁਣ ਇਹ ਪ੍ਰਿੰਸੀਪਲ ਸਾਹਿਬ ਕੀ ਹੈ? ਇਹ ਅਹੁਦਾ ਹੈ। ਤੁਹਾਡੇ ਪ੍ਰਿੰਸੀਪਲ ਸਾਹਿਬ ਦਾ ਨਾਮ ਤਾਂ ਕੋਈ ਵੀ ਹੋ ਸਕਦਾ ਹੈ, ਪਰ ਪ੍ਰਿੰਸੀਪਲ ਸਾਹਿਬ ਆਪਾਂ ਅਹੁਦੇ ਕਰਕੇ ਲਿਖਿਆ। ਅਤੇ ਇਹ ਜਿਹੜੇ ਅਧਿਕਾਰੀ ਹੈ ਇਹ ਕਿੱਥੋਂ ਦੇ ਅਧਿਕਾਰੀ ਨੇ? ਇਸ ਸਕੂਲ ਦੇ। ਇਹ ਕੀ ਸਕੂਲ ਕੀ ਇੱਕ ਸੰਸਥਾ ਹੈ, ਸਕੂਲ ਕੀ ਹੈ ਇੱਕ ਸੰਸਥਾ। ਅਤੇ ਇਹ ਜਿਹੜਾ ਇੱਕ ਸਥਾਨ ਹੈ ਵੀ ਉਹ ਸੰਸਥਾ ਕਿੱਥੇ ਸਥਿਤ ਹੈ। ਇਹ ਪਤਾ ਤੁਹਾਨੂੰ ਇਸ ਤਰ੍ਹਾਂ ਸਭ ਨੂੰ ਲਿਖਣਾ ਹੁੰਦਾ ਹੈ। ਅਤੇ ਇਸੇ ਨੂੰ ਹੀ ਤੁਸੀਂ ਯਾਦ ਰੱਖਿਓ ਜਦੋਂ ਤੁਸੀਂ ਇੱਧਰ ਜਿਹਨੂੰ ਚਿੱਠੀ ਭੇਜਣੀ ਹੈ ਉਹਦਾ ਪਤਾ ਲਿਖਣਾ ਹੈ। ਤਾਂ ਜੇ ਤੁਹਾਨੂੰ ਨਹੀਂ ਯਾਦ ਰਹਿੰਦਾ ਤਾਂ ਤੁਸੀਂ ਇੱਥੋਂ ਯਾਦ ਰੱਖਿਓ ਕਿ ਅਸੀਂ ਪਹਿਲਾਂ ਪ੍ਰਿੰਸੀਪਲ ਸਾਹਿਬ ਲਿਖਦੇ ਹਾਂ, ਫਿਰ ਅਸੀਂ ਆਪਣੇ ਸਕੂਲ ਦਾ ਨਾਮ ਲਿਖਦੇ ਹਾਂ, ਉਸ ਵਕਤ ਅਸੀਂ ਸਥਾਨ ਲਿਖਦੇ ਹਾਂ। ਮਤਲਬ ਇੱਥੇ ਵੀ ਉਹੀ ਗੱਲ ਹੈ ਕਿ ਪਹਿਲਾਂ ਅਸੀਂ ਅਹੁਦਾ ਲਿਖਣਾ ਹੈ, ਫਿਰ ਉਹ ਅਧਿਕਾਰੀ ਕਿਸ ਸੰਸਥਾ ਦੇ ਵਿੱਚ ਕੰਮ ਕਰਦਾ ਹੈ ਉਹ ਸੰਸਥਾ ਦਾ ਨਾਮ ਲਿਖਣਾ ਹੈ, ਅਤੇ ਉਸ ਤੋਂ ਬਾਅਦ ਉਹ ਸੰਸਥਾ ਕਿੱਥੇ ਸਥਿਤ ਹੈ ਉਹ ਅਸੀਂ ਸਥਾਨ ਲਿਖਣਾ, ਠੀਕ ਹੈ। ਇਸੇ ਤਰ੍ਹਾਂ ਜਿਹੜਾ ਇਹ ਕੌਮੀ ਅਹੁਦੇ ਤੋਂ ਬਾਅਦ ਜਿਵੇਂ ਪ੍ਰਿੰਸੀਪਲ ਸਾਹਿਬ ਤੋਂ ਬਾਅਦ ਕੌਮਾ ਲਾਇਆ, ਕੌਮਾ ਲਿਖਣਾ ਸੰਸਥਾ ਦੇ ਨਾਮ ਤੋਂ ਬਾਅਦ ਵੀ ਕੌਮਾ ਅਤੇ ਸਥਾਨ ਤੋਂ ਬਾਅਦ ਤੁਸੀਂ ਜਿਹੜੀ ਡੰਡੀ ਉਹ ਲਗਾਉਣੀ ਹੈ। ਅਤੇ ਜਦੋਂ ਇਹ ਪਤਾ ਲਿਖ ਲਿਆ ਉਸ ਤੋਂ ਹੇਠਲੀ ਲਾਈਨ ਦੇ ਵਿੱਚ ਤੀਜਾ ਨੁਕਤਾ ਕੀ ਹੈ, ਤੁਸੀਂ ਜਿਹੜਾ ਵਿਸ਼ਾ ਜਿਹੜਾ ਉਹ ਲਿਖਣਾ ਹੁੰਦਾ ਹੈ। ਹੇਠਲੀ ਲਾਈਨ ਦੇ ਵਿੱਚ ਕੀ ਲਿਖਣਾ ਆਪਣਾ, ਆਪਾਂ ਵਿਸ਼ਾ। ਇਹ ਖੱਬੇ ਪਾਸੇ ਤੋਂ ਸ਼ੁਰੂ ਹੋ ਕੇ ਸੱਜੇ ਪਾਸੇ ਵੱਲ ਚੱਲਦਾ ਹੈ। ਵਿਸ਼ਾ ਜੋ ਪੱਤਰ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਕਿਸ ਬਾਰੇ ਪੱਤਰ ਲਿਖਣਾ ਹੈ, ਉਹ ਜਿਹੜਾ ਜਿਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਪੱਤਰ ਲਿਖ ਰਹੇ ਹਾਂ ਉਹ ਸਾਡਾ ਵਿਸ਼ਾ ਹੋਵੇਗਾ। ਚੌਥਾ ਨੁਕਤਾ ਹੈ ਕਿ ਵਿਸ਼ਾ ਲਿਖਣ ਤੋਂ ਬਾਅਦ, ਠੀਕ ਹੈ, ਹੇਠਲੀ ਲਾਈਨ ਦੇ ਵਿੱਚ ਤੁਸੀਂ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ ਇਹ ਤੁਸੀਂ ਲਿਖਣਾ। ਇਸ ਤੋਂ ਬਾਅਦ ਜਿਹੜਾ ਤੁਸੀਂ ਕੌਮਾ ਉਹ ਲਗਾਉਣਾ। ਜੇ ਕਿਸੇ ਆਦਮੀ ਲਿਖ ਰਹੇ ਹੋ ਤਾਂ ਸ਼੍ਰੀਮਾਨ ਜੀ ਲਿਖ ਕੇ ਕੌਮਾ ਲਗਾ ਦਿਓ, ਜੇ ਕਿਸੇ ਅਹੁਦੇ 'ਤੇ ਜੋ ਅਧਿਕਾਰੀ ਔਰਤ ਹੈ ਤਾਂ ਤੁਸੀਂ ਸ਼੍ਰੀਮਤੀ ਜੀ ਲਿਖ ਦਿਓ। ਇਸ ਤੋਂ ਬਾਅਦ ਜਿਹੜਾ ਪੰਜਵਾਂ ਨੁਕਤਾ ਹੈ, ਜਿੱਥੇ ਇਹ ਸ਼੍ਰੀਮਾਨ ਜੀ ਜਾਂ ਸ਼੍ਰੀਮਤੀ ਜੀ ਖਤਮ ਹੁੰਦਾ, ਉਸ ਤੋਂ ਥੱਲੇ ਵਾਲੀ ਲਾਈਨ ਵਿੱਚ ਉਸ ਤੋਂ ਅੱਗੋਂ ਜਿਹੜਾ ਤੁਸੀਂ ਆਪਣਾ ਜਿਹੜਾ ਪੱਤਰ ਆ ਉਹ ਲਿਖਣਾ ਸ਼ੁਰੂ ਕਰਨਾ ਹੈ। ਅਤੇ ਲਿਖਣਾ ਹੈ ਕਿ ਉਪਰੋਕਤ ਮਤਲਬ ਜੋ ਅਸੀਂ ਇੱਥੇ ਉੱਪਰ ਲਿਖਿਆ, ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਬੇਨਤੀ ਕੀਤੀ ਜਾਂਦੀ ਹੈ।
ਇਸ ਤੋਂ ਅੱਗੇ ਜਿਸ ਬਾਰੇ ਤੁਹਾਨੂੰ ਪੱਤਰ ਲਿਖਣ ਨੂੰ ਕਿਹਾ ਗਿਆ ਹੈ, ਤੁਸੀਂ ਉਹ ਸਾਰਾ ਜਿਹੜਾ ਇੱਥੇ ਲਿਖਣਾ ਹੈ। ਉਹ ਆਪਾਂ ਪੜ੍ਹਿਆ ਕਿ ਸਿਰਫ ਅਸੀਂ ਕੰਮ ਦੀਆਂ ਗੱਲਾਂ ਲਿਖਣੀਆਂ, ਸੰਖੇਪ ਦੇ ਵਿੱਚ ਲਿਖਣਾ ਹੈ, ਕੋਈ ਵਧਾ ਚੜਾ ਕੇ ਨਹੀਂ ਲਿਖਣਾ। ਇਹ ਜਿਹੜਾ ਤੁਸੀਂ ਇਸ ਤਰ੍ਹਾਂ ਇੱਥੇ ਆਪਣਾ ਜਿਹੜਾ ਸਾਰਾ ਪੱਤਰ ਉਹ ਲਿਖਣਾ ਹੈ। ਜਿੱਥੇ ਸਾਡਾ ਸਾਰਾ ਜਿਹੜਾ ਵਿਸ਼ੇ ਵਸਤੂ ਹੈ ਉਹ ਖਤਮ ਹੋ ਗਿਆ, ਉਸ ਤੋਂ ਹੇਠਲੀ ਲਾਈਨ ਦੇ ਵਿੱਚ ਪੰਨੇ ਦੇ ਸੱਜੇ ਪਾਸੇ ਧੰਨਵਾਦ ਸਹਿਤ ਲਿਖਣਾ। ਆਮ ਤੌਰ 'ਤੇ ਕਈ ਵਾਰੀ ਬੱਚੇ ਇੱਥੇ ਸਾਹਿਤ ਪਾ ਦਿੰਦੇ ਆ। ਬੇਟਾ ਸਾਹਿਤ ਨਹੀਂ ਲਿਖਣਾ, ਇਹ ਗਲਤ ਹੈ। ਇਹ ਸਾਹਿਤਕ ਰਚਨਾ ਜਿਵੇਂ ਨਾਵਲ, ਨਾਟਕ, ਕਹਾਣੀ ਆਦਿ ਲਈ ਵਰਤੇ ਜਾਣ ਵਾਲਾ ਸ਼ਬਦ ਹੈ। ਸਹਿਤ ਲਿਖਣਾ, ਧੰਨਵਾਦ ਸਹਿਤ ਮਤਲਬ ਧੰਨਵਾਦ ਦੇ ਨਾਲ। ਅਤੇ ਇਸ ਤੋਂ ਹੇਠਲੀ ਲਾਈਨ ਦੇ ਵਿੱਚ ਤੁਸੀਂ ਪੰਨੇ ਦੇ ਸੱਜੇ ਪਾਸੇ ਹੀ ਆਪ ਜੀ ਦਾ ਵਿਸ਼ਵਾਸ ਪੱਤਰ ਲਿਖ ਸਕਦੇ ਹੋ। ਵਿਸ਼ਵਾਸ ਪੱਤਰ, ਠੀਕ ਹੈ, ਜਾਂ ਸ਼ੁਭ ਚਿੰਤਕ ਲਿਖ ਸਕਦੇ ਹੋ, ਜਾਂ ਸ਼ੁਭ ਚਿੰਤਕ ਲਿਖ ਸਕਦੇ ਹੋ, ਠੀਕ ਹੈ। ਅਤੇ ਇੱਥੇ ਤੁਸੀਂ ਆਗਿਆਕਾਰੀ ਜਾਂ ਉੱਦਾਂ ਦੇ ਜਿਹੜੇ ਸ਼ਬਦ ਆ ਉਹ ਨਹੀਂ ਵਰਤਣੇ। ਉਸ ਤੋਂ ਹੇਠਾਂ ਤੁਸੀਂ ਆਪਣਾ ਜਿਹੜਾ ਨਾਮ ਹੈ ਉਹ ਲਿਖਣਾ। ਇੰਨਾ ਹੀ ਜਿਹੜਾ ਇਹ ਤੁਹਾਡਾ ਪੱਤਰ ਲਿਖਣ ਦਾ ਜਿਹੜਾ ਢੰਗ ਹੈ। ਇਹਦੇ ਅਨੁਸਾਰ ਤੁਸੀਂ ਕੋਈ ਵੀ ਜਿਹੜਾ ਆਪਣਾ ਪੱਤਰ ਉਹ ਲਿਖਣਾ। ਇਸ ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਇਹਨਾਂ ਨੁਕਤਿਆਂ ਦੇ ਆਧਾਰ 'ਤੇ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਕਿਸੇ ਪੱਤਰ ਨੂੰ ਲਿਖਣ ਦਾ ਅਭਿਆਸ ਕਰਾਂਗੇ। ਧੰਨਵਾਦ।